Hello students, I'm your teacher Dr. Satwinder Kaur. In today's lecture, we are going to discuss about the monetary policy, its meaning, objectives and instruments. So this is very important question for the exam, both for the short as well as long questions. Long question ਦੇ ਵਿੱਚ ਤੁਹਾਨੂੰ ਆ ਸਕਦਾ ਹੈ about the meaning, objectives and instruments, all the three things. The short question ਦੇ ਵਿੱਚ there can be definition of economics, objectives ਕੀ ਨੇ, definition of monetary policy, objectives of monetary policy ਜਾਂ ਕੋਈ ਵੀ instrument ਆ ਸਕਦਾ like CRR, open market operations, SLR, bank rate, etc. So ਹੁਣ ਅਸੀਂ ਇਹਨੂੰ one by one discuss ਕਰਾਂਗੇ। ਮੋਨੇਟਰੀ ਪਾਲਿਸੀ ਇੱਕ ਗਵਰਨਮੈਂਟ ਦੀ ਇਕਨੋਮਿਕ ਪਾਲਿਸੀ ਹੁੰਦੀ ਹੈ ਜਿਹੜੀ ਕਿ ਗਵਰਨਮੈਂਟ ਦੇ ਇਕਨੋਮਿਕ ਆਬਜੈਕਟਿਵਸ ਨੂੰ ਪੂਰਾ ਕਰਨ ਦੇ ਲਈ ਬਣਾਈ ਗਈ। ਦੈਟ ਇਜ਼ ਦਿਸ ਇਜ਼ ਵਨ ਅਮੰਗ ਦ ਪਾਲਿਸੀ ਆਫ ਦ ਗਵਰਨਮੈਂਟ। ਇੱਕ ਪਾਲਿਸੀ ਹੁੰਦੀ ਹੈ, ਤੁਸੀਂ ਸਾਰੇ ਜਾਣਦੇ ਹੋ, ਫਿਸਕਲ ਪਾਲਿਸੀ, ਦੂਸਰੀ ਹੁੰਦੀ ਹੈ ਮੋਨੇਟਰੀ ਪਾਲਿਸੀ। ਮੋਨੇਟਰੀ ਪਾਲਿਸੀ ਉਹ ਪਾਲਿਸੀ ਹੈ ਜਿਹੜੀ ਕਿ ਦੇਸ਼ ਦੀ ਸੈਂਟਰਲ ਬੈਂਕ ਦੇ ਵੱਲੋਂ ਇੰਪਲੀਮੈਂਟ ਕੀਤੀ ਜਾਂਦੀ ਹੈ, ਰੈਗੂਲੇਟ ਕੀਤੀ ਜਾਂਦੀ ਹੈ। ਤੇ ਇਹ ਪਾਲਿਸੀ ਜਿਹੜੀ ਹੈ ਇਹ ਮਨੀ ਸਪਲਾਈ ਜਾਂ ਹਰ ਉਹ ਚੀਜ਼ ਦੇ ਨਾਲ ਰਿਲੇਟਡ ਹੁੰਦੀ ਹੈ ਜਿਹੜੀ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਮਨੀ ਇਸ਼ੂਜ਼, ਮਨੀ ਮੈਟਰ ਦੇ ਨਾਲ ਡੀਲ ਕਰਦੀ ਹੈ। ਸੋ ਮੋਨੇਟਰੀ ਪਾਲਿਸੀ ਨੂੰ ਅਸੀਂ ਡਿਫਾਈਨ ਕਰਨ ਦੇ ਲਈ ਇਹ ਗੱਲ ਕਹਿ ਸਕਦੇ ਹਾਂ ਕਿ ਦਿਸ ਇਜ਼ regulated by the central bank of the country. In India, it is regulated by the Reserve Bank of India and to achieve the economic objectives of the country. ਇਹ ਆਬਜੈਕਟਿਵਸ ਕੀ ਹੁੰਦੇ ਨੇ, ਅਸੀਂ ਇਹਨਾਂ ਨੂੰ ਥੋਰਲੀ ਡਿਸਕਸ ਕਰਾਂਗੇ। ਤੇ ਇਹ ਜਿਹੜੀ ਹੈ ਪਾਲਿਸੀ ਮਨੀ ਸਪਲਾਈ, ਅਵੇਲੇਬਿਲਿਟੀ ਆਫ ਮਨੀ, ਰੇਟ ਆਫ ਇੰਟਰਸਟ ਕੀ ਹੋਣਾ ਚਾਹੀਦਾ ਮਨੀ ਦਾ, ਦੈਟ ਮੀਨਸ ਕਿ ਕ੍ਰੈਡਿਟ ਜਿਹੜਾ ਹੈ ਲੋਨ ਵਗੈਰਾ ਲੈਣ ਵੇਲੇ ਤੁਹਾਨੂੰ ਰੇਟ ਆਫ ਇੰਟਰਸਟ ਕੀ ਪੇ ਕਰਨਾ ਚਾਹੀਦਾ ਹੈ, ਉਹਦੀ ਅਵੇਲੇਬਿਲਿਟੀ ਕਿੰਨੀ ਆ ਮਨੀ ਸਪਲਾਈ ਦੀ, ਕਿੰਨੇ ਨੋਟ, ਕਿੰਨੀ ਕਰੰਸੀ ਜਿਹੜੀ ਹੈ ਦੇਸ਼ ਦੇ ਵਿੱਚ ਉਹ ਪਬਲਿਸ਼ ਹੋਣੀ ਚਾਹੀਦੀ ਹੈ, ਤੇ ਇਹ ਪਾਲਿਸੀ ਨੂੰ ਕਿਸ ਤਰੀਕੇ ਨਾਲ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਜਾਂ ਰਿਸੈਸ਼ਨ ਨੂੰ ਕੰਟਰੋਲ ਕਰਨ ਦੇ ਲਈ ਯੂਜ਼ ਕੀਤਾ ਜਾ ਸਕਦਾ। ਸੋ ਮੋਨੇਟਰੀ ਪਾਲਿਸੀ may be defined as the use of money supply by the appropriate authority. A authority कौन है? Central Bank, to achieve certain economic goals. Whenever there is a change in money supply, there occurs a change in the rate of interest. ਸਾਨੂੰ ਪਤਾ ਹੈ ਕਿ ਜਦੋਂ ਵੀ ਮਨੀ ਸਪਲਾਈ 'ਚ ਚੇਂਜ ਹੁੰਦਾ ਹੈ ਰੇਟ ਆਫ ਇੰਟਰਸਟ ਵੀ ਉਵੇਂ ਹੀ ਚੇਂਜ ਕਰ ਜਾਂਦਾ ਹੈ। ਮਨੀ ਸਪਲਾਈ ਦੇ ਵਧਣ ਦੇ ਨਾਲ ਰੇਟ ਆਫ ਇੰਟਰਸਟ ਘਟ ਜਾਂਦਾ ਔਰ ਮਨੀ ਸਪਲਾਈ ਦੇ ਘਟਣ ਦੇ ਨਾਲ ਰੇਟ ਆਫ ਇੰਟਰਸਟ ਵੱਧ ਜਾਂਦਾ। ਸੋ ਇਸ ਨੂੰ ਆਪਾਂ ਥੋਰਲੀ ਅੱਗੇ ਕਰਾਂਗੇ ਕਿ ਇਸ ਤਰੀਕੇ ਦੇ ਨਾਲ ਆਪਾਂ ISLM ਫਰੇਮਵਰਕ ਦੇ ਵਿੱਚ ਵੀ ਇਸ ਚੀਜ਼ ਨੂੰ ਅਸੀਂ ਆਲਰੇਡੀ ਯੂਜ਼ ਕਰ ਚੁੱਕੇ ਹਾਂ ਤੇ ਅਸੀਂ ਇਸ ਨੂੰ ਅੱਗੇ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਵੈਨ ਦਾ ਸੈਂਟਰਲ ਬੈਂਕ ਅਟੈਂਪਟਸ ਟੂ ਕੰਟਰੈਕਟ ਮਨੀ ਸਪਲਾਈ, ਜਦੋਂ ਵੀ ਸੈਂਟਰਲ ਬੈਂਕ ਕੋਸ਼ਿਸ਼ ਕਰਦੀ ਹੈ ਕਿ ਮਨੀ ਸਪਲਾਈ ਇਕੋਨਮੀ ਦੇ ਵਿੱਚ ਘਟ ਜਾਏ, ਦੈਟ ਇਜ਼ ਕਿ ਕ੍ਰੈਡਿਟ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹੈ, ਤਾਂ ਉਸ ਟਾਈਮ ਦੇ ਉੱਤੇ ਟਾਈਟਨ ਮੋਨੇਟਰੀ ਪਾਲਿਸੀ ਮਤਲਬ ਕਿ ਕੰਟਰੈਕਟਿੰਗ ਮੋਨੇਟਰੀ ਪਾਲਿਸੀ ਅਪਲਾਈ ਕੀਤੀ ਜਾਂਦੀ ਹੈ, ਜਿਸ ਦਾ ਉਦੇਸ਼ ਹੁੰਦਾ ਕਿ ਦੇਸ਼ ਦੇ ਵਿੱਚ ਲੋਕਾਂ ਕੋਲ, ਜੋ ਜਨਰਲ ਪਬਲਿਕ ਹੈ ਇਕੋਨਮੀ ਦੇ ਵਿੱਚ, ਉਹਨਾਂ ਕੋਲ ਕਿਸ ਤਰੀਕੇ ਨਾਲ ਘੱਟ ਤੋਂ ਘੱਟ ਪੈਸਾ ਹੋਏ, ਮਨੀ ਸਪਲਾਈ ਹੋਏ, ਤਾਂ ਕਿ ਇਨਫਲੇਸ਼ਨ ਵਰਗੀਆਂ ਪ੍ਰੋਬਲਮਸ ਨੂੰ ਦੂਰ ਕੀਤਾ ਜਾ ਸਕੇ। ਤੇ ਜੇ ਇਕੋਨਮੀ ਦਾ ਆਬਜੈਕਟਿਵ ਇਸ ਤੋਂ ਆਪੋਜ਼ਿਟ ਹੋਏ ਕਿ ਰਿਸੈਸ਼ਨ ਨੂੰ ਕੰਟਰੋਲ ਕਰਨਾ ਹੈ, ਤਾਂ ਉਸ ਟਾਈਮ ਦੇ ਉੱਤੇ ਇਕਨੋਮਿਕ ਆਬਜੈਕਟਿਵ ਹੁੰਦਾ ਕਿ ਲੋਕਾਂ ਕੋਲ ਮਨੀ ਸਪਲਾਈ ਜ਼ਿਆਦਾ ਤੋਂ ਜ਼ਿਆਦਾ ਹੋਏ ਤਾਂ ਕਿ ਉਹਨਾਂ ਦੀ ਪਰਚੇਸਿੰਗ ਪਾਵਰ ਇਨਕਰੀਜ਼ ਹੋਏ। ਇਸ ਨੂੰ ਆਪਾਂ ਐਕਸਪੈਂਸ਼ਨਰੀ ਮੋਨੇਟਰੀ ਪਾਲਿਸੀ ਦੇ ਨਾਮ ਨਾਲ ਜਾਣਦੇ ਹਾਂ। ਸੋ ਮੋਨੇਟਰੀ ਪਾਲਿਸੀ ਦੋ ਤਰੀਕੇ ਨਾਲ ਕੰਮ ਕਰਦੀ ਹੈ। ਵਨ ਇਜ਼ ਦੀ ਐਕਸਪੈਂਸ਼ਨਰੀ ਮੋਨੇਟਰੀ ਪਾਲਿਸੀ, ਅਦਰ ਇਜ਼ ਦੀ ਟਾਈਟਨ ਮੋਨੇਟਰੀ ਪਾਲਿਸੀ ਵਿਚ ਇਜ਼ ਆਲਸੋ ਨੋਨ ਐਜ਼ ਦਾ ਕੰਟਰੈਕਟ ਮੋਨੇਟਰੀ ਪਾਲਿਸੀ। ਸੋ GK ਸ਼ਾਹ ਜਿਹੜੇ ਨੇ ਉਹ ਐਕਸਪਲੇਨ ਕਰਦੇ ਨੇ, ਡੈਫੀਨੇਸ਼ਨ ਹੈ ਉਹਨਾਂ ਦੀ ਮੋਨੇਟਰੀ ਪਾਲਿਸੀ ਰਿਲੇਟਡ, ਦੈਟ ਇਜ਼ ਦ ਮੋਨੇਟਰੀ ਪਾਲਿਸੀ ਰੈਫਰਸ ਟੂ ਐਨੀ ਡੈਲੀਬਰੇਟ ਐਂਡ ਕੌਨਸ਼ੀਅਸ ਐਕਸ਼ਨ, ਜਾਣ ਬੁੱਝ ਕੇ ਜਿਹੜੇ ਸੋਚ ਕੇ ਲਿੱਤੇ ਹੋਣ ਉਹ ਐਕਸ਼ਨ, ਅੰਡਰਟੇਕਨ ਬਾਈ ਦ ਸੈਂਟਰਲ ਮੋਨੇਟਰੀ ਅਥਾਰਟੀ, ਕੌਣ ਹੈ ਉਹ? ਸੈਂਟਰਲ ਬੈਂਕ ਆਫ ਦ ਕੰਟਰੀ, ਟੂ ਚੇਂਜ ਦ ਕੁਆਂਟਿਟੀ, ਅਵੇਲੇਬਿਲਿਟੀ ਔਰ ਕਾਸਟ ਆਫ ਮਨੀ, ਮਤਲਬ ਕਿ ਕੋਈ ਵੀ ਰੇਟ ਆਫ ਇੰਟਰਸਟ ਚੇਂਜ ਕਰਨ ਦਾ ਡਿਸੀਜ਼ਨ ਹੋਏ, ਮਨੀ ਸਪਲਾਈ ਦੀ ਲੋਕਾਂ ਕੋਲ ਅਵੇਲੇਬਿਲਿਟੀ ਜ਼ਿਆਦਾ ਹੋਣੀ ਚਾਹੀਦੀ ਹੈ, ਘੱਟ ਹੋਣੀ ਚਾਹੀਦੀ ਹੈ, ਤੇ ਕਿੰਨੀ ਕਰੰਸੀ ਪਬਲਿਸ਼ ਕਰਨੀ ਚਾਹੀਦੀ ਹੈ, ਕੁਆਂਟਿਟੀ ਕਿੰਨੀ ਹੋਣੀ ਚਾਹੀਦੀ ਹੈ, ਕਿੰਨੀ ਨਹੀਂ, ਇਹ ਸਾਰੇ ਡਿਸੀਜ਼ਨਸ ਜਿਹੜੇ ਨੇ ਉਹ ਮੋਨੇਟਰੀ ਪਾਲਿਸੀ ਦੇ ਅੰਡਰ ਲਏ ਜਾਂਦੇ ਨੇ। So this is regarded as one of the most important tool of the macroeconomic policy management. ਜਿਵੇਂ ਫਿਸਕਲ ਪਾਲਿਸੀ ਦੀ ਆਪ ਦੀ ਇੰਪੋਰਟੈਂਸ ਹੈ, ਉਵੇਂ ਹੀ ਮੋਨੇਟਰੀ ਪਾਲਿਸੀ ਦੀ
ਆਪਣੀ ਇੰਪੋਰਟੈਂਟ ਹੈ। ਸੋ ਐਨ ਐਪਰੋਪਰੀਏਟ ਮੋਨੇਟਰੀ ਪਾਲਿਸੀ ਸ਼ੁੱਡ ਹੈਵ ਦ ਫੋਲੋਇੰਗ objectives since monetary policy is strictly speaking part of the broader sphere of economic policy, ਕਿਉਂਕਿ ਇਹ ਇੱਕ ਇੰਪੋਰਟੈਂਟ ਪਾਲਿਸੀ ਹੈ। ਸੋ ਇਸਦੇ ਜਿਹੜੇ ਨੇ ਆਪਣੇ ਕੁਝ objectives ਨੇ ਤੇ ਇਸਦੇ ਜ਼ਿਆਦਾਤਰ objectives ਉਹੀ objective ਨੇ ਜਿਹੜੇ ਇਕਨੋਮਿਕ ਪਾਲਿਸੀ ਦੇ objective ਹੁੰਦੇ ਨੇ। ਸੋ ਜ਼ਿਆਦਾਤਰ ਫਿਸਕਲ ਪਾਲਿਸੀ objectives ਤੇ monetary policy objectives ਜਿਹੜੇ ਨੇ same ਹੀ ਹੁੰਦੇ ਨੇ as like the economic goals of a country. So first objective here we are going to discuss is the maintaining the internal as well as external stability of the country. External stability ਦੇ ਵਿੱਚ ਆ ਜਾਂਦਾ ਹੈ ਜਿਵੇਂ balance of payment management, trade management, that means कि foreign trade बारे ਆਪਾਂ ਗੱਲ ਕਰ ਸਕਦੇ ਹਾਂ। internal balance ਦੇ ਵਿੱਚ ਆਪਾਂ ਗੱਲ ਕਰਦੇ ਹਾਂ the price stability, external balance ਵਿੱਚ ਅਸੀਂ we also talk about the exchange rate stability. ਤੇ next is to achieve the level of full employment in the economy. This objective is both in the fiscal policy as well as the monetary policy ਕਿ ਕਿਸ ਤਰੀਕੇ ਦੇ ਨਾਲ economy ਦੇ ਵਿੱਚ employment level ਨੂੰ increase ਕੀਤਾ ਜਾ ਸਕਦਾ ਹੈ। ਸੋ monetary policy ਦੇ ਥਰੂ ਜਦੋਂ ਅਸੀਂ ਇਸ ਨੂੰ achieve ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜ਼ਿਆਦਾ ਸਾਡਾ ਮੇਨ ਫੋਕਸ ਹੈ ਜੋ ਉਹ ਐਗਰੀਗੇਟ ਡਿਮਾਂਡ ਨੂੰ ਇਕੋਨਮੀ ਦੇ ਵਿੱਚ ਇਨਕਰੀਜ਼ ਕਰਨ ਦਾ ਹੀ ਹੁੰਦਾ ਹੈ। Next is to increase the economic growth of the country. ਇਹ ਹੁੰਦਾ by giving giving the authority to the commercial banks to create the credit or to control the credit. So credit control RBI ਆਪ ਕਰ ਰਿਹਾ ਜਦੋਂ ਉਸਨੂੰ ਲੱਗਦਾ ਹੈ ਕੰਟਰੋਲ ਕਰਨ ਦੀ ਜ਼ਰੂਰਤ ਹੈ ਤੇ ਜਦੋਂ ਇਕਨੋਮਿਕ ਗਰੋਥ ਆਬਜੈਕਟਿਵ ਹੋਵੇ ਕਿ ਜ਼ਿਆਦਾ ਬੂਸਟ ਕਰਨੀ ਹੈ ਤਾਂ ਉਸ ਟਾਈਮ ਦੇ ਉੱਤੇ ਲੋਕਾਂ ਕੋਲ ਜਾਂ ਇਨਵੈਸਟਮੈਂਟ ਨੂੰ ਇਨਕਰੀਜ਼ ਕਰਨ ਦੇ ਲਈ ਕ੍ਰੈਡਿਟ ਦੇ ਰੇਟ ਜਿਹੜੇ ਨੇ ਉਹ ਸਸਤੇ ਵੀ ਕਰ ਦਿੱਤੇ ਜਾਂਦੇ ਨੇ। ਰੇਟ ਆਫ ਇੰਟਰਸਟ ਜਿਹੜਾ ਹੈ ਉਹ ਡਿਕਰੀਜ਼ ਕਰ ਦਿੱਤਾ ਜਾਂਦਾ ਹੈ। ਨੈਕਸਟ ਇਜ਼ ਦਾ ਫਿਸਕਲ ਆਬਜੈਕਟਿਵਸ। ਇਹ ਬਹੁਤ ਹੀ ਇੰਟਰਸਟਿੰਗ ਪੁਆਇੰਟ ਹੈ ਕਿ ਕੁਝ ਕਿਸੇ ਲੈਵਲ ਦੇ ਉੱਤੇ ਫਿਸਕਲ ਪਾਲਿਸੀ ਨੂੰ ਵੀ ਕੰਮ ਕਰਨ ਦੇ ਲਈ ਮੋਨੇਟਰੀ ਪਾਲਿਸੀ ਦੀ ਜਾਂ ਮੋਨੇਟਰੀ ਇੰਸਟਰੂਮੈਂਟਸ ਦੀ ਹੈਲਪ ਦੀ ਜ਼ਰੂਰਤ ਪੈਂਦੀ ਹੈ। ਜਿਵੇਂ ਕਿ ਵੈਨ ਵੀ ਟਾਕ ਅਬਾਊਟ ਦ ਟ੍ਰੈਜ਼ਰੀ ਬਿਲਸ ਦੀ ਆਪਾਂ ਗੱਲ ਕਰਦੇ ਹਾਂ ਜਾਂ ਅਸੀਂ ਗੱਲ ਕਰਦੇ ਹਾਂ ਕਿ ਪਬਲਿਕ ਡੈਟ ਰੇਜ਼ ਕਰਨਾ ਹੈ ਗਵਰਨਮੈਂਟ ਨੇ ਡਿਊਰਿੰਗ ਦ ਟਾਈਮ ਆਫ ਦ ਇਨਫਲੇਸ਼ਨ, ਤਾਂ ਉਸ ਟਾਈਮ ਦੇ ਉੱਤੇ ਜਿਹੜਾ ਹੈ ਫਿਸਕਲ ਟੂਲਸ ਨੂੰ ਪ੍ਰੋਪਰਲੀ ਯੂਟੀਲਾਈਜ਼ ਕਰਨ ਲਈ, ਕਿਉਂਕਿ ਪਬਲਿਕ ਡੈਟ ਰਿਲੇਟਿਡ ਟੂ ਮਨੀ ਹੁੰਦਾ ਹੈ। ਸੋ ਮਨੀ ਰਿਲੇਟਿਡ ਸਾਰੇ ਫੈਸਲੇ ਕੌਣ ਲੈ ਰਹੀ ਹੈ? ਸੈਂਟਰਲ ਅਥਾਰਟੀ, ਸੈਂਟਰਲ ਬੈਂਕ ਲੈ ਰਿਹਾ। ਸੋ ਉਸ ਟਾਈਮ ਦੇ ਉੱਤੇ ਜਿਹੜੇ ਵੀ ਫਿਸਕਲ ਆਬਜੈਕਟਿਵਸ ਨੂੰ ਪੂਰੇ ਕਰਨੇ ਨੇ ਕਿ ਅਗਰ ਗਵਰਨਮੈਂਟ ਚਾਹੁੰਦੀ ਹੈ ਕਿ ਪਬਲਿਕ ਡੈਟ ਰੇਜ਼ ਕੀਤਾ ਜਾਏ ਜਾਂ ਪਬਲਿਕ ਡੈਟ ਦੀ ਰੀਪੇਮੈਂਟ ਕੀਤੀ ਜਾਏ, ਲੋਕਾਂ ਕੋਲ ਜਿਹੜਾ ਉਹਨਾਂ ਤੋਂ ਲਿਆ ਇੱਕ ਟਾਈਮ ਦੇ ਉੱਤੇ ਉਸਨੂੰ ਵਾਪਿਸ ਕੀਤਾ ਜਾਏ, ਸੋ ਉਸ ਟਾਈਮ ਦੇ ਉੱਤੇ ਵੀ ਮੋਨੇਟਰੀ ਪਾਲਿਸੀ ਦੀ ਹੈਲਪ ਦੀ ਜ਼ਰੂਰਤ ਪੈਂਦੀ ਹੈ ਥਰੂ ਓਪਨ ਮਾਰਕੀਟ ਆਪਰੇਸ਼ਨਸ। ਇਸ ਨੂੰ ਅਸੀਂ ਅੱਗੇ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਸੋਸ਼ਲ ਆਬਜੈਕਟਿਵਸ ਹੁੰਦੇ ਆ ਕਿ ਇਕੋਨਮੀ ਦੇ ਵਿੱਚ ਜਿਹੜੀ ਹੈ ਇਨਕਮ ਤੇ ਵੈਲਥ ਦੀ ਰੀਡਿਸਟ੍ਰੀਬਿਊਸ਼ਨ ਜਿਹੜੀ ਹੈ ਉਹ ਇਕੁਅਲ ਹੋਏ, ਉਹ ਅਨਇਕੁਅਲ ਨਾ ਹੋਏ। ਸੋ these are the main objectives of the monetary policy. Now we will discuss the instruments of monetary policy. This is very important question. So we have already discussed ਕਿ monetary policy ਦਾ ਕੰਮ ਹੈ rate of interest ਦੇ through ਕੰਮ ਕਰਨਾ, ਜਿਸ ਨੂੰ ਆਪਾਂ cost of credit ਬੋਲਦੇ ਹਾਂ। quantity of money ਦੀ availability ਜਿਹੜੀ ਹੈ ਮਾਰਕੀਟ ਵਿੱਚ ਦੇਣੀ ਹੈ ਲੋਕਾਂ ਨੂੰ ਜਾਂ ਨਹੀਂ ਦੇਣਾ, ਇਸ ਦੇ through ਕੰਮ ਕਰਨਾ, ਜਿਸ ਨੂੰ ਆਪਾਂ ਬੋਲਦੇ ਨੇ ਆ ਕਿ availability of money ਜਾਂ quantity of money। ਸੋ ਇਹ ਸਾਰੇ ਜਿਹੜੇ ਨੇ ਫੰਡਾਮੈਂਟ ਜਿਹੜੇ ਨੇ ਕੰਮ ਨੇ, objectives ਨੇ ਜਿਨ੍ਹਾਂ ਦੇ through ਕੰਮ ਕਰਦੀ ਹੈ monetary policy, that is ਕਿ instruments ਨੇ। ਇਹ ਕਿਸ ਤਰੀਕੇ ਦੇ ਨਾਲ ਕੰਮ ਕਰਨਗੇ ਅੱਗੇ ਆਪਾਂ ਇਸ ਨੂੰ ਹੁਣ ਡਿਸਕਸ ਕਰਾਂਗੇ। ਇੱਥੇ ਇਹ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਇਹ ਇੰਸਟਰੂਮੈਂਟਸ ਅਸੀਂ ਰਿਸੈਸ਼ਨ ਦੇ ਵਿੱਚ ਵੀ ਯੂਜ਼ ਕਰਦੇ ਹਾਂ ਟੂ ਕੰਟਰੋਲ ਦਾ ਰਿਸੈਸ਼ਨ, ਕਿ ਰਿਸੈਸ਼ਨ ਤੋਂ ਬਾਹਰ ਨਿਕਲਣ ਦੇ ਲਈ ਅਸੀਂ ਇਸ ਨੂੰ ਯੂਜ਼ ਕਰ ਸਕਦੇ ਹਾਂ। ਅਸੀਂ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਵੀ ਇਹਨਾਂ ਇੰਸਟਰੂਮੈਂਟਸ ਨੂੰ ਯੂਜ਼ ਕਰ ਸਕਦੇ ਹਾਂ। ਇੰਸਟਰੂਮੈਂਟ ਸੇਮ ਹੁੰਦੇ ਨੇ, ਉਹਨਾਂ ਨੂੰ ਯੂਜ਼ ਕਰਨ ਦਾ ਤਰੀਕਾ ਚੇਂਜ ਹੋ ਜਾਂਦਾ ਹੈ ਡਿਊਰਿੰਗ ਰਿਸੈਸ਼ਨ ਐਂਡ ਡਿਊਰਿੰਗ ਇਨਫਲੇਸ਼ਨ, ਵੀ ਅਲੱਗ ਕੰਡੀਸ਼ਨ ਵਿੱਚ ਉਸਨੂੰ ਉਸ ਤਰੀਕੇ ਦੇ ਨਾਲ ਯੂਜ਼ ਕੀਤਾ ਜਾਂਦਾ ਹੈ। ਤੇ ਇਹ ਜਿਹੜੇ ਇੰਸਟਰੂਮੈਂਟਸ ਨੇ ਇਹਨਾਂ ਨੂੰ ਕ੍ਰੈਡਿਟ ਕੰਟਰੋਲ ਦੇ ਇੰਸਟਰੂਮੈਂਟਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਕਿਉਂ ਜਾਣਿਆ ਜਾਂਦਾ ਹੈ ਆਪਾਂ ਇਸ ਨੂੰ ਅੱਗੇ ਡਿਟੇਲ ਦੇ ਵਿੱਚ ਕਰਾਂਗੇ ਕਿ ਕ੍ਰੈਡਿਟ, ਆਪਾਂ ਇਸ ਚੀਜ਼ ਨੂੰ ਗੱਲ ਕਰਦੇ ਹਾਂ ਕਿ ਕਿਉਂ ਸੈਂਟਰਲ ਬੈਂਕ ਜਿਹੜਾ ਹੈ ਉਹ ਡਿਫਰੈਂਟ ਹੈ ਕਮਰਸ਼ੀਅਲ ਬੈਂਕਸ ਤੋਂ। ਉਹਦਾ ਇੱਕ ਕਾਰਨ ਇਹ ਵੀ ਹੈ ਕਿ ਸੈਂਟਰਲ ਬੈਂਕ ਹੈਜ਼ ਦ ਪਾਵਰ ਟੂ ਕੰਟਰੋਲ credit created by the commercial banks.
ਸੋ ਇਹ ਇੰਸਟਰੂਮੈਂਟਸ ਜਿਹੜੇ ਨੇ ਇਹ ਦੋ ਤਰ੍ਹਾਂ ਦੇ ਇੰਸਟਰੂਮੈਂਟਸ ਨੇ। ਵਨ ਇਜ਼ ਦ ਕੁਆਂਟੀਟੇਟਿਵ ਇੰਸਟਰੂਮੈਂਟਸ, ਅਦਰ ਇਜ਼ ਕੁਆਲੀਟੇਟਿਵ ਇੰਸਟਰੂਮੈਂਟਸ। ਕੁਆਂਟੀਟੇਟਿਵ ਇੰਸਟਰੂਮੈਂਟਸ ਉਹ ਹੁੰਦੇ ਨੇ, ਨਾਮ ਤੋਂ ਹੀ ਪਤਾ ਚੱਲਦਾ ਹੈ, ਜਿਨ੍ਹਾਂ ਨੂੰ ਅਸੀਂ ਮੈਜ਼ਰ ਕਰ ਸਕਦੇ ਹਾਂ, ਮਾਪ ਸਕਦੇ ਹਾਂ, ਜਿਹੜੇ ਗਿਣਤੀ ਵਿੱਚ ਆਉਂਦੇ ਨੇ। ਸਾਰੇ ਤਰ੍ਹਾਂ ਦੇ ਰੇਟ ਆਫ ਇੰਟਰਸਟ ਜਿਹੜੇ ਨੇ ਉਹ ਕੁਆਂਟੀਟੇਟਿਵ ਇੰਸਟਰੂਮੈਂਟਸ ਦੇ ਵਿੱਚ ਆ ਜਾਂਦੇ ਨੇ, ਜਿਵੇਂ CRR, SLR, ਬੈਂਕ ਰੇਟ, ਰੈਪੋ ਰੇਟ, ਰਿਵਰਸ ਰੈਪੋ ਰੇਟ, ਇਹ ਸਾਰੇ ਜਿਹੜੇ ਨੇ ਕੁਆਂਟੀਟੇਟਿਵ ਇੰਸਟਰੂਮੈਂਟਸ ਦੇ ਵਿੱਚ ਕਾਊਂਟ ਹੁੰਦੇ ਨੇ। ਸੋ ਕੁਆਲੀਟੇਟਿਵ ਇੰਸਟਰੂਮੈਂਟਸ ਉਹ ਇੰਸਟਰੂਮੈਂਟਸ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਮੈਜ਼ਰ ਨਹੀਂ ਕਰ ਸਕਦੇ, ਜਿਵੇਂ ਕਿ RBI ਦੇ ਵੱਲੋਂ ਡਾਇਰੈਕਟ ਸੁਪਰਵਾਈਜ਼ ਕਰਨਾ ਬੈਂਕਾਂ ਨੂੰ, ਉਹਨਾਂ ਨੂੰ ਮੋਰਲੀ ਜਿਹੜਾ ਹੈ ਇਨਕਰੇਜ ਕਰਨਾ, ਕਿ ਜਿਵੇਂ ਕਿ ਇਨਫਲੇਸ਼ਨ ਦਾ ਟਾਈਮ ਹੈ ਤਾਂ ਉਹਨਾਂ ਨੂੰ ਇਨਕਰੇਜ ਕਰਨਾ ਕਿ ਤੁਸੀਂ ਆਪਣਾ ਕ੍ਰੈਡਿਟ ਜਿਹੜਾ ਹੈ ਉਹ ਘੱਟ ਤੋਂ ਘੱਟ ਦਿਓ, ਲੋੜ ਦੇ ਲਈ ਪ੍ਰੋਡਕਟਿਵ ਕ੍ਰੈਡਿਟ ਹੀ ਦਿਓ ਜਿਹੜਾ ਪ੍ਰੋਡਕਟਿਵ ਪਰਪਸ ਦੇ ਲਈ ਹੋਵੇ, ਤਾਂ ਕਿਉਂਕਿ ਆਲਰੇਡੀ ਇਕੋਨਮੀ ਦੇ ਵਿੱਚ ਜਿਹੜਾ ਹੈ ਇਨਫਲੇਸ਼ਨ ਰੇਟ ਬਹੁਤ ਇਨਕਰੀਜ਼ ਹੋ ਰਿਹਾ ਹੈ। ਡਾਇਰੈਕਟ ਐਕਸ਼ਨ ਲੈਣੇ, ਉਹਨਾਂ 'ਤੇ ਪੈਨੈਲਟੀ ਲਾ ਦੇਣੀ ਬੈਂਕਾਂ ਦੇ ਉੱਤੇ ਜਿਹੜੇ ਕਿ RBI ਦੀ ਨੋਰਮਸ ਨੂੰ, ਗਾਈਡਲਾਈਨਸ ਨੂੰ ਫੋਲੋ ਨਹੀਂ ਕਰ ਰਹੇ, ਜਾਂ ਮਾਰਜਨਲ ਰਿਕੁਆਇਰਮੈਂਟਸ ਦੇ ਥਰੂ ਕੰਮ ਕਰਨਾ, ਇਸ ਨੂੰ ਆਪਾਂ ਅੱਗੇ ਡਿਸਕਸ ਕਰਾਂਗੇ। So the first we are going to start with the quantitative instruments of credit control or monetary policy. So ਪਹਿਲਾ ਹੈ ਅਸੀਂ ਜਿਹੜਾ ਕਰ ਰਹੇ ਹਾਂ that is the bank rate policy. bank rate policy ਦੇ ਵਿੱਚ ਅਸੀਂ ਗੱਲ ਕਰ ਦਿੰਦੇ ਹਾਂ that is ਕਿ bank rate ਦੇ ਥਰੂ ਜਿਹੜਾ ਹੈ RBI ਕੰਮ ਕਰਦੀ ਹੈ। bank rate ਹੁੰਦਾ ਹੈ bank to bank rate, that is the ਇਸ ਦੇ ਵਿੱਚ ਕਈ ਤਰ੍ਹਾਂ ਦੇ rate of interest ਆ ਜਾਂਦੇ ਨੇ। ਬੈਂਕ ਰੇਟ ਜਿਹੜਾ ਹੈ ਦੈਟ ਇਜ਼ ਕਿ ਉਹ ਰੇਟ ਜਿਸ ਰੇਟ ਦੇ ਉੱਤੇ ਸੈਂਟਰਲ ਬੈਂਕ ਜਿਹੜਾ ਹੈ ਉਹ ਕਰਜ਼ਾ ਦਿੰਦਾ ਕਮਰਸ਼ੀਅਲ ਬੈਂਕਸ ਨੂੰ। ਸੋ ਬੈਂਕ ਰੇਟ ਇਜ਼ ਦ ਰੇਟ ਐਟ ਵਿਚ ਦ ਸੈਂਟਰਲ ਬੈਂਕ ਗਿਵ ਮਨੀ ਟੂ ਦ ਕਮਰਸ਼ੀਅਲ ਬੈਂਕਸ। ਜਿਹੜੇ ਰੇਟ ਦੇ ਉੱਤੇ ਸੈਂਟਰਲ ਬੈਂਕ ਦੇ ਰਿਹਾ ਉਸਨੂੰ ਆਪਾਂ ਬੈਂਕ ਰੇਟ ਬੋਲਦੇ ਹਾਂ, ਤੇ ਇਹ ਰੇਟ ਜਿਹੜਾ ਹੈ ਉਹ ਸੈਂਟਰਲ ਬੈਂਕ ਹੀ ਡਿਸਾਈਡ ਕਰਦਾ ਹੈ ਕਿ ਕਿੰਨਾ ਜਿਹੜਾ ਹੈ ਕਿਸ ਰੇਟ ਦੇ ਉੱਤੇ ਅਸੀਂ ਤੁਹਾਨੂੰ ਕਰਜ਼ਾ ਦੇਵਾਂਗੇ। ਸੋ ਕੀ ਹੁੰਦਾ ਹੈ ਕਿ ਜਦੋਂ ਵੀ ਇਨਫਲੇਸ਼ਨ ਦਾ ਟਾਈਮ ਹੁੰਦਾ ਹੈ, ਇਨਫਲੇਸ਼ਨ ਦੇ ਟਾਈਮ ਦੇ ਉੱਤੇ ਪ੍ਰੋਬਲਮ ਇਹ ਹੁੰਦੀ ਹੈ ਕਿ ਆਲਰੇਡੀ ਲੋਕਾਂ ਕੋਲ ਪਰਚੇਸਿੰਗ ਪਾਵਰ ਬਹੁਤ ਹੈ, ਮਨੀ ਸਪਲਾਈ ਬਹੁਤ ਹੈ, ਜਿਸ ਦੇ ਕਾਰਨ ਉਹ ਡਿਮਾਂਡ ਜ਼ਿਆਦਾ ਕਰਦੇ ਨੇ ਤੇ ਪ੍ਰਾਈਸਿਸ ਜਿਹੜੇ ਨੇ ਗੁੱਡਸ ਦੇ ਵੱਧਦੇ ਨੇ। ਸੋ ਕਮਰਸ਼ੀਅਲ ਸੈਂਟਰਲ ਬੈਂਕ ਦਾ ਮੇਨ ਇੱਥੇ ਫੋਕਸ ਬਣ ਜਾਂਦਾ ਕਿ ਕਿਸੇ ਨਾ ਕਿਸੇ ਤਰੀਕੇ ਕੋਲ ਲੋਕਾਂ ਕੋਲ ਜਿਹੜੀ ਵੱਧ ਪਰਚੇਸਿੰਗ ਪਾਵਰ ਹੈ ਉਸਨੂੰ ਅਸੀਂ ਲਈਏ, ਤੇ ਇਹ ਤਦ ਘਟੇਗੀ ਜਦੋਂ ਬੈਂਕ ਜਿਹੜੇ ਨੇ ਕ੍ਰੈਡਿਟ ਲੋਕਾਂ ਨੂੰ ਘੱਟ ਦੇਣਗੇ। ਕਿਉਂ? ਜਦੋਂ ਬੈਂਕ ਲੋਨ ਘੱਟ ਦੇਣਗੇ ਤਾਂ ਓਬਵੀਅਸਲੀ ਲੋਕਾਂ ਕੋਲ ਪੈਸਾ ਘੱਟ ਜਾਏਗਾ ਔਰ ਉਹ ਘੱਟ ਗੁੱਡਸ ਐਂਡ ਸਰਵਿਸਿਜ਼ ਦੀ ਡਿਮਾਂਡ ਕਰਨਗੇ। ਸੋ ਕੀ ਹੁੰਦਾ ਹੈ ਜਦੋਂ ਵੀ ਇਨਫਲੇਸ਼ਨ ਦਾ ਟਾਈਮ ਹੁੰਦਾ ਤਾਂ RBI ਇਸ ਰੇਟ ਨੂੰ, ਬੈਂਕ ਰੇਟ ਨੂੰ ਇਨਕਰੀਜ਼ ਕਰ ਦਿੰਦਾ। ਦੇਖੋ ਜਦੋਂ ਤੁਸੀਂ ਕਿਸੇ ਤੋਂ ਕਰਜ਼ਾ ਲੈਣ ਜਾਂਦੇ ਹੋ, ਤੁਸੀਂ ਕਰਜ਼ਾ ਕਦੋਂ ਜ਼ਿਆਦਾ ਲੈਂਦੇ ਹੋ? ਜਦੋਂ ਉਹ ਸਸਤਾ ਮਿਲਦਾ, ਘੱਟ ਰੇਟ ਆਫ ਇੰਟਰਸਟ 'ਤੇ ਮਿਲਦਾ ਜਾਂ ਮਹਿੰਗਾ ਮਿਲਦਾ। ਸੋ ਓਬਵੀਅਸਲੀ ਜਦੋਂ ਰੇਟ ਆਫ ਇੰਟਰਸਟ ਘੱਟ ਹੁੰਦਾ ਤੁਸੀਂ ਲੋਨ ਜ਼ਿਆਦਾ ਲੈਂਦੇ ਹੋ, ਡਿਮਾਂਡ ਜ਼ਿਆਦਾ ਕਰਦੇ ਹੋ, ਤੇ ਜਦੋਂ ਤੁਹਾਨੂੰ ਪਤਾ ਹੋਵੇ ਰੇਟ ਆਫ ਇੰਟਰਸਟ ਜ਼ਿਆਦਾ ਹੈ ਤਾਂ ਤੁਸੀਂ ਕਰਜ਼ਾ ਘੱਟ ਲੈਂਦੇ ਹੋ। ਸੋ ਇਹ ਸੇਮ ਕੇਸ ਹੁੰਦਾ ਹੈ ਜਦੋਂ ਸੈਂਟਰਲ ਬੈਂਕ ਰੇਟ ਆਫ ਇੰਟਰਸਟ, ਮਤਲਬ ਕਿ ਬੈਂਕ ਰੇਟ, ਇਹ ਇੱਕ ਰੇਟ ਆਫ ਇੰਟਰਸਟ ਹੈ, ਇਸ ਨੂੰ ਇਨਕਰੀਜ਼ ਕਰ ਦਿੰਦਾ ਇਨਫਲੇਸ਼ਨ ਦੇ ਟਾਈਮ ਦੇ ਵਿੱਚ। ਜਦੋਂ ਇਹ ਇਨਕਰੀਜ਼ ਹੋ ਜਾਂਦਾ ਹੈ ਤਾਂ ਕਮਰਸ਼ੀਅਲ ਬੈਂਕ ਕਹੇਗਾ ਕਿ ਮੈਨੂੰ ਤਾਂ ਕਰਜ਼ਾ ਬਹੁਤ ਮਹਿੰਗਾ ਮਿਲ ਰਿਹਾ, ਇਸ ਲਈ ਜੇ ਉਸਨੇ 100 ਕਰੋੜ ਦਾ ਕਰਜ਼ਾ ਡਿਮਾਂਡ ਕਰਨਾ ਸੈਂਟਰਲ ਬੈਂਕ ਤੋਂ, ਤਾਂ 100 ਕਰੋੜ ਦੀ ਜਗ੍ਹਾ ਤੇ ਉਹ 60 ਕਰੋੜ ਦਾ, ਸਪੋਜ਼ ਕਿ 60 ਕਰੋੜ ਦਾ ਉਹ ਡਿਮਾਂਡ ਕਰੇਗਾ, ਕਿਉਂਕਿ ਉਸਨੂੰ ਪਤਾ ਹੈ ਕਿ ਮੇਰੇ ਲਈ ਇਹ ਕਰਜ਼ਾ ਲੈਣਾ ਮਹਿੰਗਾ ਹੋ ਗਿਆ, ਕਰਜ਼ਾ ਕੋਸਟਲੀ ਮਿਲ ਰਿਹਾ। ਪਹਿਲੀ ਗੱਲ, ਜਦੋਂ ਉਸਨੂੰ ਖੁਦ ਨੂੰ ਕਰਜ਼ਾ ਕੋਸਟਲੀ ਮਿਲ ਰਿਹਾ ਤਾਂ ਅੱਗੇ ਉਹ ਲੋਕਾਂ ਨੂੰ ਵੀ ਕੋਸਟਲੀ ਹੀ ਦੇਏਗਾ। ਦੂਸਰੀ ਗੱਲ, ਜਦੋਂ 100 ਕਰੋੜ ਦੀ ਜਗ੍ਹਾ ਦੇ ਉੱਤੇ ਉਹ 60 ਕਰੋੜ ਡਿਮਾਂਡ ਕਰੇਗਾ ਕਰਜ਼ੇ ਦੇ ਰੂਪ 'ਚ, ਕਿਉਂਕਿ ਉਸਨੂੰ ਪਤਾ ਉਸਨੂੰ ਕੋਸਟਲੀ ਮਿਲ ਰਿਹਾ, ਉਸਨੂੰ ਰੇਟ ਆਫ ਇੰਟਰਸਟ ਜ਼ਿਆਦਾ ਪੇ ਕਰਨਾ ਪਏਗਾ, ਤਾਂ ਉਸਦੀ 40 ਕਰੋੜ ਨਾਲ, ਕਿੱਥੇ ਉਸਨੇ 100 ਕਰੋੜ ਕਰਜ਼ਾ ਲੈਣਾ ਸੀ, ਕਿੱਥੇ ਉਸਨੇ 60 ਕਰੋੜ ਕਰਜ਼ਾ ਲੈ ਰਿਹਾ, 40 ਕਰੋੜ ਨਾਲ ਉਹਦੀ ਕਪੈਸਿਟੀ ਕਰਜ਼ੇ ਦੀ ਘੱਟ ਗਈ ਦੇਣ ਦੀ। ਜਦੋਂ ਉਸਦੀ ਕਪੈਸਿਟੀ ਕਰਜ਼ੇ ਦੀ ਘੱਟ ਗਈ ਤਾਂ ਉਸਦੇ ਵੱਲੋਂ ਜਦੋਂ ਕਰਜ਼ਾ ਦਿੱਤਾ ਜਾਏਗਾ ਟੂ ਦ ਜਨਰਲ ਪਬਲਿਕ, ਲੋਕਾਂ ਕੋਲ ਉਹ 40 ਕਰੋੜ ਨਾਲ ਘੱਟ ਪਹੁੰਚੇਗਾ ਤੇ ਉਹਨਾਂ ਨੂੰ ਮਹਿੰਗਾ ਵੀ ਮਿਲੇਗਾ। ਇਸ ਲਈ ਜਦੋਂ ਬੈਂਕ ਨੂੰ ਖੁਦ ਨੂੰ ਕਰਜ਼ਾ ਮਹਿੰਗਾ ਮਿਲ ਰਿਹਾ ਤਾਂ ਉਹ ਅੱਗੇ ਕਰਜ਼ਾ ਮਹਿੰਗਾ ਹੀ ਦੇਏਗਾ। ਦੋ ਚੀਜ਼ਾਂ ਤੇ ਉੱਤੇ ਇੰਪੈਕਟ ਹੋਇਆ, ਇੱਕ ਤਾਂ ਬੈਂਕ ਦੀ ਆਪਦੀ ਕਪੈਸਿਟੀ ਡਿਕਰੀਜ਼ ਹੋ ਗਈ ਕਰਜ਼ਾ ਦੇਣ ਦੀ, ਕਿਉਂਕਿ ਉਸਨੂੰ ਕਰਜ਼ਾ ਘੱਟ ਮਿਲਿਆ ਸੈਂਟਰਲ ਬੈਂਕ ਵੱਲੋਂ, ਕਿਉਂਕਿ ਕਰਜ਼ਾ ਮਹਿੰਗਾ ਹੋ ਗਿਆ। ਦੂਸਰੀ ਗੱਲ, ਜਦੋਂ ਉਸਨੇ ਲਿਆ, ਉਸਨੇ ਆਪ ਕੋਸਟਲੀ ਲਿਆ ਕਿਉਂਕਿ ਬੈਂਕ ਰੇਟ ਜ਼ਿਆਦਾ ਹੋ ਗਿਆ,
ਤਾਂ ਓਬਵੀਅਸਲੀ ਉਸਨੇ ਅੱਗੇ ਮਹਿੰਗਾ ਵੇਚਣਾ ਸ਼ੁਰੂ ਕਰਤਾ, ਜਿਸ ਦੇ ਕਾਰਨ ਜਿਹੜੀ ਜਨਰਲ ਪਬਲਿਕ ਹੈ, ਬੈਂਕ ਦੇ ਕਲਾਇੰਟ ਨੇ, ਉਹ ਕਰਜ਼ੇ ਦੀ ਡਿਮਾਂਡ ਘੱਟ ਕਰਨਗੇ। ਜਦੋਂ ਉਹ ਕਰਜ਼ੇ ਦੀ ਘੱਟ ਡਿਮਾਂਡ ਕਰਨਗੇ ਤਾਂ ਓਬਵੀਅਸਲੀ ਉਹ ਬੈਂਕ ਤੋਂ ਕ੍ਰੈਡਿਟ ਜ਼ਿਆਦਾ ਨਹੀਂ ਲੈਣਗੇ। ਇਸ ਦੇ ਨਾਲ ਮਨੀ ਸਪਲਾਈ ਇਕੋਨਮੀ 'ਚ ਘਟੇਗੀ, ਲੋਕਾਂ ਦੀ ਪਰਚੇਜ਼ਿੰਗ ਪਾਵਰ ਘਟੇਗੀ, ਲੋਕ ਗੁਡਸ ਐਂਡ ਸਰਵਿਸਿਜ਼ ਦੀ ਘੱਟ ਡਿਮਾਂਡ ਕਰਨਗੇ ਅਤੇ ਪ੍ਰਾਈਸਿਸ ਨੂੰ ਦੁਬਾਰਾ ਤੋਂ ਕੰਟਰੋਲ ਕੀਤਾ ਜਾ ਸਕਦਾ ਹੈ। ਸੋ ਜਦੋਂ ਵੀ ਇਨਫਲੇਸ਼ਨਰੀ ਪ੍ਰੈਸ਼ਰਸ ਹੁੰਦੇ ਨੇ ਇਕੋਨਮੀ ਦੇ ਵਿੱਚ ਤਾਂ ਸੈਂਟਰਲ ਬੈਂਕ ਦੇ ਵੱਲੋਂ ਬੈਂਕ ਰੇਟ ਇਨਕਰੀਜ਼ ਕਰ ਦਿੱਤਾ ਜਾਂਦਾ ਹੈ, ਅਤੇ ਜਦੋਂ ਵੀ ਰਿਸੈਸ਼ਨ ਹੋਵੇ ਇਕੋਨਮੀ ਦੇ ਵਿੱਚ ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬੈਂਕ ਰੇਟ ਨੂੰ ਡਿਕਰੀਜ਼ ਕਰ ਦਿੱਤਾ ਜਾਏ ਤਾਂ ਕਿ ਲੋਕਾਂ ਕੋਲ ਜ਼ਿਆਦਾ ਤੋਂ ਜ਼ਿਆਦਾ ਕ੍ਰੈਡਿਟ ਪਹੁੰਚੇ, ਉਹਨਾਂ ਕੋਲ ਪੈਸੇ ਜਾਣ, ਕਿਉਂਕਿ ਉਹਨਾਂ ਨੂੰ ਪੈਸੇ ਦੀ ਜ਼ਰੂਰਤ ਹੈ, ਕਿਉਂਕਿ ਰਿਸੈਸ਼ਨ ਦੇ ਕੇਸ ਵਿੱਚ ਆਲਰੇਡੀ ਇੰਪਲੋਇਮੈਂਟ ਬਹੁਤ ਘੱਟ ਹੈ, ਇਨਵੈਸਟਮੈਂਟ ਬਹੁਤ ਘੱਟ ਹੈ। ਤਾਂ ਬੈਂਕ ਦੀ ਪੋਲਿਸੀ ਹੈ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਨਵੈਸਟਮੈਂਟ ਕਰਨ ਦੇ ਲਈ ਕਰਜ਼ਾ ਦਿੱਤਾ ਜਾਏ, ਇਸ ਲਈ ਰਿਸੈਸ਼ਨ ਦੇ ਟਾਈਮ ਦੇ ਵਿੱਚ ਬੈਂਕ ਰੇਟ ਡਿਕਰੀਜ਼ ਕਰ ਦਿੱਤਾ ਜਾਂਦਾ ਹੈ। ਨੈਕਸਟ ਇਜ਼ ਰਿਲੇਟਿਡ ਟੂ ਚੇਂਜ ਇਨ ਦ ਰਿਜ਼ਰਵ ਰੇਸ਼ੋ। ਰਿਜ਼ਰਵ ਰੇਸ਼ੋ ਦੋ ਤਰ੍ਹਾਂ ਦੀ ਹੁੰਦੀ ਹੈ, ਵਨ ਇਜ਼ ਦਾ CRR, ਅਦਰ ਇਜ਼ ਦਾ SLR। ਫਸਟਲੀ ਵੀ ਵਿਲ ਡਿਸਕਸ ਦ CRR। ਹਰ ਕਮਰਸ਼ੀਅਲ ਬੈਂਕ ਨੂੰ ਆਪਣੇ ਟੋਟਲ ਡਿਪੋਜ਼ਿਟਸ ਦਾ ਕੁਝ ਪਰਸੈਂਟੇਜ RBI ਨੂੰ ਰਿਜ਼ਰਵ ਦੇ ਰੂਪ ਵਿੱਚ ਦੇਣਾ ਪੈਂਦਾ ਹੈ। ਮਤਲਬ ਕਿ ਜਿੰਨੇ ਵੀ ਕਸਟਮਰਸ ਨੇ, ਬੈਂਕ ਦੇ ਜਿੰਨੇ ਵੀ ਕਲਾਇੰਟਸ ਨੇ, ਟੋਟਲ ਡਿਪੋਜ਼ਿਟ ਜਿੰਨਾ ਕੀਤਾ ਉਸਦਾ ਸਰਟੇਨ ਪਰਸੈਂਟੇਜ ਜਿਹੜਾ ਕਿ RBI ਡਿਸਾਈਡ ਕਰਦਾ, ਮਤਲਬ ਕਿ 4%, 5%, 6%, ਜਿੰਨਾ ਵੀ RBI ਨੇ ਡਿਸਾਈਡ ਕੀਤਾ ਉਨਾ ਪਰਸੈਂਟੇਜ ਬੈਂਕ ਯੂਜ਼ ਨਹੀਂ ਕਰ ਸਕਦਾ, ਕਿਉਂਕਿ ਬੈਂਕ ਨੇ ਉਹ ਪੈਸਾ ਜਿਹੜਾ ਹੈ ਰਿਜ਼ਰਵ ਦੇ ਰੂਪ ਦੇ ਵਿੱਚ ਉਹ ਸੈਂਟਰਲ ਬੈਂਕ ਨੂੰ ਦੇ ਦੇਣਾ। ਸੋ ਜਦੋਂ ਵੀ ਇਨਫਲੇਸ਼ਨ ਦਾ ਕੇਸ ਹੁੰਦਾ ਹੈ ਤਾਂ ਸੈਂਟਰਲ ਬੈਂਕ CRR ਨੂੰ ਇਨਕਰੀਜ਼ ਕਰ ਦਿੰਦਾ ਹੈ। ਜਦੋਂ CRR ਇਨਕਰੀਜ਼ ਹੋਏਗੀ, ਮੰਨ ਲਓ ਕਿ 100 ਕੇਸ ਲੈਂਦੇ ਹਾਂ ਕਿ ਮੰਨ ਲਓ ਕਿ 100% ਜਿਹੜੇ ਟੋਟਲ ਡਿਪੋਜ਼ਿਟ ਹੋਏ ਬੈਂਕ ਦੇ, ਉਸ ਦੇ ਵਿੱਚੋਂ ਦੀ 6% ਜਿਹੜੇ ਨੇ CRR ਸੀ ਪਹਿਲੇ, ਠੀਕ ਹੈ। ਦੈਟ ਮੀਨਸ ਕਿ 6% CRR ਸੀ ਤਾਂ 94% ਜਿਹੜੇ ਨੇ ਬੈਂਕ ਕ੍ਰੈਡਿਟ ਦੇ ਰੂਪ 'ਚ ਕਸਟਮਰ ਨੂੰ ਦੇ ਸਕਦਾ। ਜੇ ਇਹ CRR 6% ਤੋਂ ਇਨਕਰੀਜ਼ ਹੋ ਕੇ 10% ਹੋ ਜੇ, ਮਤਲਬ ਕਿ ਹੁਣ 100% ਦੇ ਵਿੱਚੋਂ 10% ਜਿਹੜਾ ਹੈ ਸੈਂਟਰਲ ਬੈਂਕ ਨੂੰ ਜਮ੍ਹਾਂ ਕਰਾਉਣਾ ਪਏਗਾ, 90% ਬੈਂਕ ਜਿਹੜਾ ਹੈ ਕ੍ਰੈਡਿਟ ਦੇ ਸਕਦਾ ਲੋਕਾਂ ਨੂੰ। ਸੋ ਬੈਂਕ ਦੀ 4% ਦੇ ਨਾਲ ਕ੍ਰੈਡਿਟ ਦੇਣ ਦੀ ਕਪੈਸਿਟੀ ਰਿਡਿਊਸ ਹੋ ਗਈ। ਸੋ ਇਨਫਲੇਸ਼ਨ ਦੇ ਕੇਸ ਦੇ ਵਿੱਚ CRR ਇਨਕਰੀਜ਼ ਕਰ ਦਿੱਤੀ ਜਾਂਦੀ ਹੈ ਤਾਂ ਕਿ ਬੈਂਕ ਦੀ ਕਪੈਸਿਟੀ ਜਿਹੜੀ ਹੈ ਕ੍ਰੈਡਿਟ ਦੇਣ ਦੀ ਘਟ ਜਾਏ, ਲੋਕਾਂ ਕੋਲ ਘੱਟ ਪੈਸਾ ਜਾਏ ਤੇ ਉਹਨਾਂ ਦੀ ਪਰਚੇਜ਼ਿੰਗ ਪਾਵਰ ਘਟੇ, ਮਨੀ ਸਪਲਾਈ ਘਟੇ ਇਕੋਨਮੀ ਵਿੱਚ, ਤਾਂ ਕਿ ਇਨਫਲੇਸ਼ਨ ਨੂੰ ਕੰਟਰੋਲ ਕੀਤਾ ਜਾ ਸਕੇ। ਤੇ ਰਿਸੈਸ਼ਨ ਦੇ ਵਿੱਚ ਇਸ ਨੂੰ ਡਿਕਰੀਜ਼ ਕਰ ਦਿੱਤਾ ਜਾਂਦਾ ਹੈ। ਤੁਹਾਡੇ ਲਈ ਸੌਖੀ ਚੀਜ਼ ਇਹ ਆ ਕਿ ਜਦੋਂ ਵੀ ਤੁਸੀਂ ਕੇਸ ਐਕਸਪਲੇਨ ਕਰਨਾ ਹੈ ਇਨਫਲੇਸ਼ਨ ਦਾ, ਤਾਂ ਹਰ ਤਰ੍ਹਾਂ ਦਾ ਰੇਟ ਆਫ ਇੰਟਰਸਟ ਇਨਫਲੇਸ਼ਨ ਦੇ ਟਾਈਮ 'ਚ ਇਨਕਰੀਜ਼ ਹੁੰਦਾ ਹੈ। ਬਸ ਇਹ ਸੌਖੀ ਗੱਲ ਯਾਦ ਰੱਖਿਓ। ਤੇ ਜਦੋਂ ਤੁਸੀਂ ਰਿਸੈਸ਼ਨ ਦੇ ਗੱਲ ਕਰ ਰਹੇ ਹੋ ਤਾਂ ਹਰ ਤਰ੍ਹਾਂ ਦਾ ਰੇਟ ਆਫ ਇੰਟਰਸਟ ਗਵਰਨਮੈਂਟ ਆਬਜੈਕਟਿਵ ਦੇ ਅਕੋਰਡਿੰਗਲੀ ਡਿਕਰੀਜ਼ ਕੀਤਾ ਜਾਂਦਾ। ਨੈਕਸਟ ਹੈ SLR। SLR ਹੁੰਦੀ ਹੈ ਸਟੈਚੂਅਰੀ ਲਿਕੁਇਡਿਟੀ ਰੇਸ਼ੋ। ਲਿਕੁਇਡਿਟੀ ਹੁੰਦੀ ਹੈ ਕੈਸ਼ ਇਕਨੋਮਿਕ ਟਰਮੀਨੋਲੋਜੀ ਦੇ ਵਿੱਚ। ਸੋ ਕੀ ਹੁੰਦਾ ਹੈ ਕਿ ਹਰ ਕਮਰਸ਼ੀਅਲ ਬੈਂਕ ਨੇ ਆਪਣੇ ਟੋਟਲ ਡਿਪੋਜ਼ਿਟਸ ਦਾ ਕੁਝ ਪਰਸੈਂਟ ਜਿਹੜਾ ਹੈ ਕੈਸ਼ ਫਾਰਮ ਦੇ ਵਿੱਚ ਆਪਣੇ ਕੋਲ ਰੱਖਣਾ ਹੁੰਦਾ ਹੈ, ਜਿਸ ਨੂੰ ਉਹ ਕ੍ਰੈਡਿਟ ਦੇ ਰੂਪ ਵਿੱਚ ਦੇਣ ਦੇ ਲਈ ਯੂਜ਼ ਨਹੀਂ ਕਰ ਸਕਦੇ। ਇਹ ਸੇਮ ਇਸੇ ਤਰੀਕੇ ਨਾਲ ਹੁੰਦਾ ਹੈ ਕਿ ਜਿਵੇਂ ਤੁਸੀਂ ਇੱਕ ਦੁਕਾਨ ਖੋਲੀ ਹੈ ਤਾਂ ਤੁਹਾਨੂੰ ਕੁਛ ਆਪਣੇ ਜਿਹੜੇ ਨੇ ਕੋਲ ਕੁਛ ਕੈਸ਼ ਫਾਰਮ ਵੀ ਚਾਹੀਦੀ ਹੁੰਦੀ ਹੈ ਆਪਣੇ ਡੇ ਟੂ ਡੇ ਰਿਕੁਆਇਰਮੈਂਟਸ ਨੂੰ ਪੂਰਾ ਕਰਨ ਲਈ। ਜਿਵੇਂ ਕਿ ਬੈਂਕ ਨੇ ਰੋਜ਼ ਦੀ ਕੋਈ ਫੋਟੋ ਸਟੇਟ ਕਰਾਉਣੀ ਹੈ, ਕੋਈ ਕਲਾਇੰਟ ਆ ਗਿਆ ਉਸਦਾ ਚੈੱਕ ਕਲੀਅਰ ਕਰਨਾ ਤਾਂ ਉਸ ਤੋਂ ਕੈਸ਼ ਫਾਰਮ ਦੇ ਵਿੱਚ ਪੈਸਾ ਹੋਣਾ ਚਾਹੀਦਾ ਹੈ, ਜਾਂ ਪੱਖੇ ਖਰਾਬ ਹੋ ਗਏ ਬੈਂਕ ਦੇ ਉਸਨੂੰ ਜ਼ਰੂਰਤ ਹੈ। ਸੋ ਡੇਲੀ ਦੀਆਂ ਰੋਜ਼ ਦੀਆਂ ਮਰਤਬਾ ਦੀਆਂ ਰਿਕੁਆਇਰਮੈਂਟਸ ਨੂੰ ਪੂਰਾ ਕਰਨ ਦੇ ਲਈ ਜਿਹੜਾ ਹੈ RBI ਨੇ ਇਹ ਚੀਜ਼ ਡਿਸਾਈਡ ਕੀਤੀ ਹੋਈ ਹੈ ਵੀ ਇੰਨਾ ਪਰਸੈਂਟ ਤੁਸੀਂ ਕੈਸ਼ ਫਾਰਮ 'ਚ ਰੱਖੋਗੇ ਹੀ ਰੱਖੋਗੇ ਆਪਦਾ ਪੈਸਾ। ਜੇ ਤੇ ਕ੍ਰੈਡਿਟ ਕ੍ਰੀਏਟ ਤਦ ਹੀ ਹੁੰਦਾ ਜਦੋਂ ਪੈਸਾ ਕੈਸ਼ ਫਾਰਮ 'ਚ ਨਾ ਹੋਵੇ। ਇਹ ਕ੍ਰੈਡਿਟ ਕ੍ਰੀਏਟ ਕਰਨ ਦੀ ਸਭ ਤੋਂ ਪਹਿਲੀ ਜਿਹੜੀ ਹੈ ਕੰਡੀਸ਼ਨ ਹੁੰਦੀ ਹੈ, ਨਹੀਂ ਤਾਂ ਕ੍ਰੈਡਿਟ ਕ੍ਰੀਏਟ ਨਹੀਂ ਹੋ ਸਕਦਾ ਜੇਕਰ ਕੈਸ਼ ਫਾਰਮ ਦੇ ਵਿੱਚ ਟ੍ਰਾਂਜੈਕਸ਼ਨਸ ਹੋ ਰਹੀਆਂ ਨੇ। ਸੋ ਬੈਂਕ ਦੀ SLR ਜਿੰਨੀ ਜ਼ਿਆਦਾ ਹੋਏਗੀ, ਬੈਂਕ ਦੀ ਕਪੈਸਿਟੀ ਉਨੀ ਹੀ ਕ੍ਰੈਡਿਟ ਕ੍ਰੀਏਟ ਕਰਨ ਦੀ
घट होएगी क्योंकि बैंक ने उन्ना ही ज़्यादा पैसा कैश फॉर्म दे विच अपनियां रिक्वायरमेंट्स नूं डेली दीयां रिक्वायरमेंट्स नूं पूरा करन लई रखना है। सो इनफ्लेशन दे केस विच भी SLR इनक्रीज हो जाती है ते डिफ्लेशन दे केस विच या रिसैशन दे केस विच इसनूं डिक्रीज कर दिता जाता है। सो दिस इज अबाउट द CRR एंड SLR विच इज़ वेरी इंपॉर्टेंट फॉर द शॉर्ट नोट। नैक्सट है रैपो रेट ते रिवर्स रैपो रेट। रैपो रेट इज़ सेम लाइक द बैंक रेट। जिमें रैपो रेट उही हुंदा है जिमें जिस रेट दे उत्ते सेंट्रल बैंक करजा दिंदी है कमर्शियल बैंक नूं। पर बैंक रेट ते रैपो रेट विच यही फर्क है कि रैपो रेट शॉर्ट टर्म दे लई हुंदा है, शॉर्ट टर्म सिक्योरिटीज़ दे लई हुंदा है जिन्हां दी म्याद 1 साल तो घੱਟ दे टाइम लई हुंदी है। ते बैंक रेट जिहड़ा है ਉਹ ਲੌਂਗ ਟਰਮ ਸਿਕਿਉਰਿਟੀਜ਼ ਲਈ ਹੁੰਦਾ ਹੈ। ਬਸ ਇੰਨਾ ਹੀ ਫਰਕ ਹੈ ਕਿ ਰੈਪੋ ਰੇਟ ਸ਼ਾਰਟ ਟਰਮ ਲਈ ਹੁੰਦਾ ਹੈ ਤੇ ਬੈਂਕ ਰੇਟ ਲੌਂਗ ਟਰਮ ਲਈ ਹੁੰਦਾ ਹੈ, ਲੌਂਗ ਟਰਮ ਸਿਕਿਉਰਿਟੀਜ਼ ਲਈ ਹੁੰਦਾ ਹੈ। ਇਹ ਅਦਰਵਾਈਜ਼ ਇਹ ਕੰਮ ਸੇਮ ਤਰੀਕੇ ਨਾਲ ਕਰਦੇ ਨੇ। ਜਿਹੜੇ ਰੇਟ ਆਫ ਇੰਟਰਸਟ ਦੇ ਉੱਤੇ ਸੈਂਟਰਲ ਬੈਂਕ ਸ਼ਾਰਟ ਟਰਮ ਦੇ ਲਈ ਕਮਰਸ਼ੀਅਲ ਬੈਂਕਸ ਨੂੰ ਕ੍ਰੈਡਿਟ ਦਿੰਦਾ ਹੈ ਉਸਨੂੰ ਆਪਾਂ ਰੈਪੋ ਰੇਟ ਬੋਲਦੇ ਹਾਂ, ਤੇ ਜੇ ਇਹ ਲੌਂਗ ਟਰਮ ਦੇ ਲਈ ਸੈਂਟਰਲ ਬੈਂਕ ਦੇ ਰਿਹਾ ਤਾਂ ਉਸਨੂੰ ਆਪਾਂ ਬੈਂਕ ਰੇਟ ਬੋਲਦੇ ਹਾਂ। ਸੋ ਇਹ ਦੋਨੋਂ ਇੱਕੋ ਤਰੀਕੇ ਨਾਲ ਕੰਮ ਕਰਦੇ ਨੇ ਤੇ ਇਨਫਲੇਸ਼ਨ ਦੇ ਟਾਈਮ ਦੇ ਵਿੱਚ ਇਸ ਨੂੰ ਇਨਕਰੀਜ਼ ਕਰ ਦਿੱਤਾ ਜਾਂਦਾ ਹੈ। ਰਿਵਰਸ ਰੈਪੋ ਰੇਟ ਹੁੰਦਾ ਹੈ ਜਿਸ ਰੇਟ ਦੇ ਉੱਤੇ ਕਮਰਸ਼ੀਅਲ ਬੈਂਕ ਕ੍ਰੈਡਿਟ ਦਿੰਦੇ ਨੇ RBI ਨੂੰ। ਸੋ ਲੋੜ ਪੈਣ ਤੇ ਸੈਂਟਰਲ ਬੈਂਕ ਨੂੰ ਵੀ ਕ੍ਰੈਡਿਟ ਦੀ ਜ਼ਰੂਰਤ ਪੈ ਸਕਦੀ ਹੈ ਜਾਂ ਇਕਨੋਮਿਕ ਆਬਜੈਕਟਿਵਸ ਨੂੰ ਪੂਰਾ ਕਰਨ ਦੇ ਲਈ ਇੰਟੈਂਸ਼ਨਲੀ ਵੀ ਜਿਹੜਾ ਹੈ ਇਨਫਲੇਸ਼ਨ ਦੇ ਟਾਈਮ ਦੇ ਵਿੱਚ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ RBI ਡਿਮਾਂਡ ਕਰ ਸਕਦਾ ਵੀ ਸਾਨੂੰ ਕਰਜ਼ਾ ਦਿਓ। ਸੋ ਜਿਹੜੇ ਰੇਟ ਆਫ ਇੰਟਰਸਟ ਦੇ ਉੱਤੇ RBI ਕਰਜ਼ਾ ਲੈਂਦਾ ਕਮਰਸ਼ੀਅਲ ਬੈਂਕਸ ਤੋਂ, ਇਹ ਵੀ RBI ਹੀ ਡਿਸਾਈਡ ਕਰਦਾ ਹੈ ਵੀ ਅਸੀਂ ਕਿਸ ਰੇਟ ਦੇ ਉੱਤੇ ਕਿਸ ਰੇਟ ਆਫ ਇੰਟਰਸਟ ਦੇ ਉੱਤੇ ਕਰਜ਼ਾ ਕਮਰਸ਼ੀਅਲ ਬੈਂਕਸ ਤੋਂ ਲਿਆ ਜਾਏਗਾ ਤੇ ਇਸ ਨੂੰ ਆਪਾਂ ਰਿਵਰਸ ਰੈਪੋ ਰੇਟ ਬੋਲਦੇ ਹਾਂ। ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਵੀ ਇਹ ਵੀ ਇਨਕਰੀਜ਼ ਕਰ ਦਿੱਤਾ ਜਾਂਦਾ ਹੈ ਕਿਉਂਕਿ ਜਦੋਂ ਰੇਟ ਆਫ ਇੰਟਰਸਟ ਵਧਾ ਦਿੱਤਾ ਜਾਂਦਾ ਹੈ ਤਾਂ ਕਮਰਸ਼ੀਅਲ ਬੈਂਕ ਨੂੰ ਫਾਇਦਾ ਹੋ ਰਿਹਾ ਹੈ RBI ਨੂੰ ਕਰਜ਼ਾ ਦੇ ਕੇ ਕਿ ਜੇ ਪਹਿਲੇ 4% ਰੇਟ ਆਫ ਇੰਟਰਸਟ ਦੇ ਰਿਹਾ ਸੀਗਾ ਹੁਣ ਉਹ 10% ਹੋ ਗਿਆ। ਕਮਰਸ਼ੀਅਲ ਬੈਂਕ ਕਹੇਗਾ ਕਿ ਯੈਸ ਆਈ ਐਮ ਰੈਡੀ ਟੂ ਗਿਵ ਕ੍ਰੈਡਿਟ ਟੂ ਯੂ ਕਿਉਂਕਿ ਉਸਨੂੰ 10% ਇੰਟਰਸਟ ਮਿਲੇਗਾ RBI ਤੋਂ। ਸੋ ਇਨਫਲੇਸ਼ਨ ਦੇ ਟਾਈਮ ਦੇ ਵਿੱਚ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਰਿਵਰਸ ਰੈਪੋ ਰੇਟ ਵੀ ਇਨਕਰੀਜ਼ ਕਰ ਦਿੱਤਾ ਜਾਂਦਾ RBI ਦੇ ਵੱਲੋਂ ਤਾਂ ਕਿ ਇਨਫਲੇਸ਼ਨ ਨੂੰ ਕੰਟਰੋਲ ਕੀਤਾ ਜਾ ਸਕੇ। ਨੈਕਸਟ ਹੈ OMO ਓਪਨ ਮਾਰਕੀਟ ਆਪਰੇਸ਼ਨਸ। ਓਪਨ ਮਾਰਕੀਟ ਆਪਰੇਸ਼ਨਸ ਹੁੰਦੇ ਨੇ ਜਦੋਂ ਖੁੱਲੇ ਬਾਜ਼ਾਰ ਵਿੱਚ ਡਿਮਾਂਡ ਐਂਡ ਸਪਲਾਈ ਜਿੱਥੇ ਕੰਮ ਕਰਦੇ ਨੇ ਡਾਇਰੈਕਟਲੀ ਉੱਥੇ ਬਾਇੰਗ ਐਂਡ ਸੈਲਿੰਗ ਆਫ ਗਵਰਨਮੈਂਟ ਸਿਕਿਉਰਿਟੀਜ਼ ਹੁੰਦੀਆਂ ਨੇ। ਸੋ ਇਸ ਦੇ ਵਿੱਚ ਕੀ ਚੀਜ਼ ਕੀਤੀ ਜਾਂਦੀ ਹੈ ਕਿ ਜਦੋਂ ਗਵਰਨਮੈਂਟ ਦੇਖਦੀ ਹੈ, ਸੈਂਟਰਲ ਬੈਂਕ ਦੇਖਦਾ ਹੈ ਕਿ ਹਾਂ ਮਾਰਕੀਟ ਦੇ ਵਿੱਚ ਲੋਕਾਂ ਕੋਲ ਪੈਸਾ ਬਹੁਤ ਹੈ ਤੇ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ ਤੇ ਉਹਨਾਂ ਕੋਲੋਂ ਵਾਧੂ ਪੈਸਾ ਲੈ ਲੈਣਾ ਚਾਹੀਦਾ ਹੈ। ਇਹ ਇੱਕ ਪਬਲਿਕ ਡੈਟ ਦੀ ਟਾਈਪ ਹੈ ਓਪਨ ਮਾਰਕੀਟ ਆਪਰੇਸ਼ਨ ਕਿ ਜੇ ਗਵਰਨਮੈਂਟ ਚਾਹੁੰਦੀ ਹੈ ਕਿ ਲੋਕਾਂ ਕੋਲ ਪੈਸਾ ਬਹੁਤ ਹੈ ਤੇ ਉਸਨੂੰ ਲੈ ਲਿਆ ਜਾਏ ਤਾਂ ਉਸ ਟਾਈਮ ਦੇ ਉੱਤੇ ਗਵਰਨਮੈਂਟ ਆਪਣੀਆਂ ਸਿਕਿਉਰਿਟੀਜ਼ ਜਿਨ੍ਹਾਂ ਨੂੰ ਆਪਾਂ ਸ਼ੇਅਰਸ ਦੇ ਨਾਮ ਨਾਲ ਵੀ ਜਾਣਦੇ ਹਾਂ ਵੇਚਣੀਆਂ ਸ਼ੁਰੂ ਕਰ ਦਿੰਦੀ ਹੈ। ਜਦੋਂ ਮੰਨ ਲਓ ਤੁਹਾਨੂੰ 500 ਰੁਪਏ ਦਾ ਸ਼ੇਅਰ ਮਿਲ ਰਿਹਾ ਤੇ ਤੁਸੀਂ 500 ਰੁਪਏ ਗਵਰਨਮੈਂਟ ਨੂੰ ਦਿਓਗੇ ਬੈਂਕ ਵਿੱਚ ਜਾ ਕੇ ਤੁਹਾਡੇ ਤੋਂ ਸ਼ੇਅਰ ਆ ਜਾਏਗਾ, ਤੁਹਾਡੇ ਬਦਲੇ ਵਿੱਚ ਤੁਹਾਨੂੰ ਫਿਲਹਾਲ ਦੇ ਟਾਈਮ ਲਈ ਕੀ ਮਿਲੀ ਇੱਕ ਸਿਕਿਉਰਿਟੀ ਤੇ ਬੈਂਕ ਕੋਲ ਕੀ ਚਲਾ ਗਿਆ 500। ਇਸ ਤਰੀਕੇ ਨਾਲ ਕਿਸੇ ਨੇ 5 ਸ਼ੇਅਰ ਲਿੱਤੇ, ਕਿਸੇ ਨੇ 10 ਸ਼ੇਅਰ ਲਿੱਤੇ, ਕਿਸੇ ਨੇ 20 ਲਿੱਤੇ ਐਂਡ ਸੋ ਔਨ। ਸੋ ਇਸ ਤਰੀਕੇ ਦੇ ਨਾਲ ਓਪਨ ਮਾਰਕੀਟ ਆਪਰੇਸ਼ਨਸ ਦੇ ਥਰੂ ਵੀ ਜਿਹੜਾ ਹੈ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਜਦੋਂ ਦੇਖਿਆ ਜਾਏ ਡੀਫਲੇਸ਼ਨ ਹੈ ਜਾਂ ਰਿਸੈਸ਼ਨ ਹੈ ਤਾਂ ਉਸ ਟਾਈਮ ਦੇ ਉੱਤੇ ਗਵਰਨਮੈਂਟ ਨੇ ਜਿਹੜੇ ਸਿਕਿਉਰਿਟੀਜ਼ ਜਾਂ ਸ਼ੇਅਰਸ ਵੇਚੇ ਹੁੰਦੇ ਨੇ ਉਹਨਾਂ ਨੂੰ ਦੁਬਾਰਾ ਤੋਂ ਖਰੀਦਣਾ ਸ਼ੁਰੂ ਕਰ ਦਿੰਦੀ ਹੈ। ਇਸ ਤੋਂ ਇਲਾਵਾ ਬੈਂਕ ਜਿਹੜਾ ਹੈ ਉਹ ਸੈਂਟਰਲ ਬੈਂਕ ਮੋਰਲੀ ਵੀ ਜਿਹੜਾ ਹੈ ਇਨਕਰੇਜ ਕਰ ਸਕਦਾ ਹੈ ਕਮਰਸ਼ੀਅਲ ਬੈਂਕਸ ਨੂੰ ਕਿ ਹਾਂ ਵੀ ਤੁਹਾਨੂੰ ਹੈਲਪ ਕਰਨ ਦੀ ਜ਼ਰੂਰਤ ਹੈ। ਇਸ ਟਾਈਮ ਦੇ ਉੱਤੇ ਜਿਹੜੀਆਂ ਟੈਂਡੈਂਸੀਜ਼ ਨੇ ਇਕਨੋਮਿਕ ਟੈਂਡੈਂਸੀਜ਼ ਨੇ ਉਹਨਾਂ ਦੇ ਵਿੱਚ ਇਨਫਲੇਸ਼ਨ ਬਹੁਤ ਜ਼ਿਆਦਾ ਤੇ ਉਹਨਾਂ ਨੂੰ ਕੰਟਰੋਲ ਕੀਤਾ ਜਾਏ ਇਸ ਲਈ ਅਨਪ੍ਰੋਡਕਟਿਵ ਕ੍ਰੈਡਿਟ ਜਿਹੜਾ ਹੈ ਕੰਜ਼ਿਊਮਰਸ ਨੂੰ ਨਾ ਦਿੱਤਾ ਜਾਏ ਤਾਂ ਕਿ ਉਸਦੀ ਮਿਸਯੂਟੀਲਾਈਜੇਸ਼ਨ ਨਾ ਹੋ ਸਕੇ ਤੇ ਇਕੋਨਮੀ ਦੁਬਾਰਾ ਤੋਂ ਆਪਣੇ ਸਹੀ ਟਰੈਕ ਵੱਲ ਜਾਏ। ਪਨਿਸ਼ਮੈਂਟਸ ਦਿੱਤੀਆਂ ਜਾ ਸਕਦੀਆਂ ਨੇ, ਪੈਨਲਟੀਜ਼ ਬੈਂਕ ਨੂੰ ਜਿਹੜੇ ਕਿ ਬੈਂਕ ਦੀਆਂ RBI ਦੀਆਂ ਹਦਾਇਤਾਂ ਨੂੰ, ਇੰਸਟਰਕਸ਼ਨਸ ਨੂੰ, ਰੈਗੂਲੇਸ਼ਨਸ ਨੂੰ, ਨੋਰਮਸ ਨੂੰ ਫੋਲੋ ਨਹੀਂ ਕਰ ਰਹੇ। ਇਹ ਕਾਫੀ ਟਾਈਮ ਤੁਸੀਂ ਦੇਖਦੇ ਵੀ ਹੋ ਨਿਊਜ਼ਪੇਪਰ 'ਚ ਵੀ ਆਉਂਦੀਆਂ ਨੇ।
ਇਹ ਤੇ ਇਸ ਤੋਂ ਇਲਾਵਾ ਜਿਹੜਾ ਹੈ ਮਾਰਜਨਲ ਰਿਕੁਆਇਰਮੈਂਟਸ 'ਚ ਚੇਂਜ ਵੀ ਕੀਤਾ ਜਾ ਸਕਦਾ, ਜਿਵੇਂ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਮਾਰਜਨਲ ਰਿਕੁਆਇਰਮੈਂਟ ਇਨਕਰੀਜ਼ ਕਰ ਦਿੱਤੀ ਜਾਂਦੀ ਹੈ। ਇਸ ਦੇ ਵਿੱਚ ਐਵੇਂ ਹੁੰਦਾ ਕਿ ਮੰਨ ਲਓ ਤੁਸੀਂ 100% ਕ੍ਰੈਡਿਟ ਡਿਮਾਂਡ ਕੀਤਾ ਤੇ ਮਾਰਜਨਲ ਰਿਕੁਆਇਰਮੈਂਟ ਜੇਕਰ 20% ਸੀ ਹੁਣ 40% ਹੋ ਗਈ, ਤਾਂ ਇਹਦਾ ਮਤਲਬ ਕਿ ਪਹਿਲੇ ਦੇ ਕੇਸ ਦੇ ਵਿੱਚ 100% ਦਾ 80% ਬੈਂਕ ਤੁਹਾਨੂੰ ਦੇਏਗਾ, 20% ਮਾਰਜਨਲ ਰਿਕੁਆਇਰਮੈਂਟ ਦੇ ਰੂਪ ਦੇ ਵਿੱਚ ਤੁਹਾਡੇ ਕੋਲ ਤੁਹਾਡਾ ਰੱਖ ਲਏਗਾ ਆਪਦੇ ਕੋਲ ਸਿਕਿਉਰਿਟੀ ਦੇ ਰੂਪ 'ਚ, ਜਿਹਨੂੰ ਤੁਸੀਂ ਕਹਿ ਦਿੰਦੇ ਹੋ। ਤੇ ਜੇਕਰ ਇਹ 40% ਹੋ ਗਿਆ, ਹੁਣ ਤੁਸੀਂ 100% ਕ੍ਰੈਡਿਟ ਰੇਜ਼ ਕੀਤਾ ਪਰ ਉਸਦੇ ਵਿੱਚੋਂ ਤੁਹਾਨੂੰ ਮਿਲਿਆ ਸਿਰਫ 60%, 40% ਬੈਂਕ ਨੇ ਤੁਹਾਡੀ ਸਿਕਿਉਰਿਟੀ ਦੇ ਰੂਪ 'ਚ ਰੱਖ ਲਿਆ, ਤਾਂ ਤੁਸੀਂ ਕ੍ਰੈਡਿਟ ਦੀ ਘੱਟ ਡਿਮਾਂਡ ਕਰੋਗੇ। ਇਸ ਦੇ ਨਾਲ ਵੀ ਕ੍ਰੈਡਿਟ ਜਿਹੜਾ ਹੈ ਉਹ ਮਹਿੰਗਾ ਲੱਗਦਾ। ਸੋ ਇਹ ਵੀ ਇਨਫਲੇਸ਼ਨ ਦੇ ਟਾਈਮ ਦੇ ਵਿੱਚ ਇਨਕਰੀਜ਼ ਕਰ ਦਿੱਤਾ ਜਾਂਦਾ। ਜੇਕਰ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਵੇ ਇਸ ਟੌਪਿਕ ਦੇ ਵਿੱਚ ਤਾਂ ਤੁਸੀਂ ਮੈਨੂੰ ਕੁਐਸਚਨ ਪੁੱਛ ਸਕਦੇ ਹੋ। ਦਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ। CRR, SLR, ਬੈਂਕ ਰੇਟ, ਰਿਵਰਸ ਰੈਪੋ ਰੇਟ, ਇਹ ਸਾਰੇ ਤਾਂ ਸ਼ਾਰਟ ਕੁਐਸਚਨ ਦੇ ਲਈ ਬਹੁਤ ਇੰਪੋਰਟੈਂਟ ਨੇ, ਜਿਨ੍ਹਾਂ ਵਿੱਚੋਂ CRR, SLR ਤੇ ਬੈਂਕ ਰੇਟ ਬਹੁਤ ਇੰਪੋਰਟੈਂਟ ਨੇ। ਲੌਂਗ ਕੁਐਸਚਨ ਦੇ ਲਈ ਮੋਨੇਟਰੀ ਪਾਲਿਸੀ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਥੈਂਕ ਯੂ।